Albert Einstein once said, "It's not that I am so smart, it's just that I stay with my problems longer." Now the issue is ਕਿ ਅਸੀਂ ਆਪਣੀ ਪ੍ਰੋਬਲਮਸ ਦੇ ਨਾਲ ਇੰਨੀ ਦੇਰ ਇੰਗੇਜ ਹੀ ਨਹੀਂ ਰਹਿ ਪਾਉਂਦੇ ਕਿ ਆਪਾਂ ਨੂੰ ਕੋਈ ਸਲਿਊਸ਼ਨ ਮਿਲ ਸਕੇ। ਆਪਾਂ ਸਾਰੇ ਕੰਸਿਸਟੈਂਸੀ ਦੇ ਇਸ਼ੂ ਨਾਲ ਜੂਝ ਰਹੇ ਹਾਂ। ਨਾਟ ਓਨਲੀ ਇਨ ਸਟੱਡੀ, ਆਪਾਂ ਕੋਈ ਵੀ ਕੰਮ ਕਰਦੇ ਹਾਂ, ਚਾਹੇ ਆਪਾਂ ਡਾਈਟ ਕਰਦੇ ਹਾਂ ਜਾਂ ਜਿਮ ਜਾਂਦੇ ਹਾਂ, ਕਿਉਂਕਿ ਆਪਣੇ ਕੰਮ ਦੇ ਵਿੱਚ ਇੱਕ ਕੰਸਿਸਟੈਂਸੀ ਨਹੀਂ ਹੈ, ਇੱਕ ਰੈਗੂਲੈਰਿਟੀ ਨਹੀਂ ਹੈ, ਉਹਦੇ ਕਰਕੇ ਆਪਾਂ ਨੂੰ ਓਨੇ ਰਿਜ਼ਲਟਸ ਜਾਂ ਓਨੇ ਚੰਗੇ ਆਊਟਪੁੱਟ ਨਹੀਂ ਮਿਲਦੇ ਜਿੰਨੇ ਆਪਾਂ ਐਕਸਪੈਕਟ ਕਰ ਰਹੇ ਹਾਂ। Today, I will share with you how I stayed consistent for more than 6 years in my preparation. ਹੁਣ ਇਹ ਚੀਜ਼ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਆਪਾਂ ਕੰਸਿਸਟੈਂਟ ਕਿਉਂ ਨਹੀਂ ਰਹਿ ਪਾਉਂਦੇ। ਕਿਉਂਕਿ ਆਪਣੀ ਜਿਹੜੀ ਕਿਸੇ ਵੀ ਕੰਮ ਨੂੰ ਕਰਨ ਦੀ ਡਰਾਈਵਿੰਗ ਫੋਰਸ ਹੈ ਉਹ ਹੈਗੀ ਆ ਮੋਟੀਵੇਸ਼ਨ। ਆਪਾਂ ਮੋਟੀਵੇਸ਼ਨ 'ਤੇ ਚੱਲਦੇ ਹਾਂ। ਅੱਜ ਸਾਡਾ ਮਨ ਕਰ ਰਿਹਾ ਕਿ ਅਸੀਂ ਕੰਮ ਕਰਾਂਗੇ ਤਾਂ ਆਪਾਂ ਉਹਦਾ ਵਧੀਆ ਆਊਟਪੁੱਟ ਲੈ ਆਉਂਦੇ ਹਾਂ। ਜੇ ਜਿਸ ਦਿਨ ਆਪਣੀ ਮੋਟੀਵੇਸ਼ਨ ਲੋ ਹੋ ਜਾਂਦੀ ਹੈ ਆਪਾਂ ਉਸ ਦਿਨ ਕੰਮ ਹੀ ਨਹੀਂ ਕਰਦੇ। ਹੁਣ ਜੇ ਆਪਣੀ ਡਰਾਈਵਿੰਗ ਫੋਰਸ ਹੈ ਉਹ ਖੁਦ ਹੀ ਇਨਕਨਸਿਸਟੈਂਟ ਹੈ, ਕਦੀ ਆਪਾਂ ਨੂੰ ਮੋਟੀਵੇਸ਼ਨ ਹੁੰਦੀ ਹੈ ਚੀਜ਼ ਨੂੰ ਲੈ ਕੇ, ਕਿਸੇ ਦਿਨ ਨਹੀਂ ਹੁੰਦੀ, ਤਾਂ ਉਹ ਚੀਜ਼ ਆਪਣੇ ਕੰਮ ਦੇ ਵਿੱਚ ਰੈਗੂਲੈਰਿਟੀ ਜਾਂ ਕੰਸਿਸਟੈਂਸੀ ਕਿਵੇਂ ਲਿਆ ਸਕਦੀ ਹੈ? ਇਹ ਤਾਂ ਆਪਣੇ ਆਪ 'ਚ ਹੀ ਆਇਰੋਨਿਕਲ ਹੈ ਕਿ ਜਿਹੜੀ ਚੀਜ਼ ਇਨਕਨਸਿਸਟੈਂਟ ਹੈ ਉਹ ਆਪਾਂ ਨੂੰ ਕੰਸਿਸਟੈਂਟ ਰਹਿਣ 'ਚ ਹੈਲਪ ਕਰਦੇ। So we need to change our driving force. ਹੁਣ ਆਪਣੀ driving force has to be based on a sense of achievement. ਆਪਾਂ ਨੂੰ ਇੱਕ ਅਚੀਵਮੈਂਟ ਦੀ ਫੀਲਿੰਗ ਆਉਣੀ ਚਾਹੀਦੀ ਹੈ ਕਿ ਹਾਂ ਇਹ ਚੀਜ਼ ਕਰਨ ਤੋਂ ਬਾਅਦ ਮੈਂ ਕੁਛ ਚੰਗਾ ਕਰ ਲਿਆ। ਕਿਉਂਕਿ ਜੇ ਆਪਾਂ ਕੁਛ ਅਚੀਵ ਕਰਾਂਗੇ ਤਾਂ ਆਪਣੀ ਬੋਡੀ ਦੇ ਵਿੱਚ ਡੋਪਾਮੀਨ ਰਿਲੀਜ਼ ਹੁੰਦਾ ਹੈ। ਡੋਪਾਮੀਨ ਹੁਣ ਕੀ ਹੁੰਦਾ? ਡੋਪਾਮੀਨ ਇਜ਼ ਅ ਫੀਲ ਗੁੱਡ ਹਾਰਮੋਨ। ਇਸ ਹਾਰਮੋਨ ਤੋਂ ਬਾਅਦ ਆਪਾਂ ਨੂੰ ਕੋਈ ਕੰਮ ਕਰਕੇ ਸੈਟਿਸਫੈਕਸ਼ਨ ਮਿਲਦੀ ਹੈ ਕਿ ਹਾਂ ਮੈਨੂੰ ਚੰਗਾ ਲੱਗਿਆ ਕਿ ਮੈਂ ਇਹ ਕੀਤਾ, ਅਤੇ ਆਪਣਾ ਦੁਬਾਰਾ ਉਹ ਚੀਜ਼ ਨੂੰ ਰਿਪੀਟ ਕਰਨ ਦਾ ਮਨ ਕਰਦਾ ਕਿ ਅੱਜ ਮੈਂ ਇਹ ਚੀਜ਼ ਕਰ ਲਈ ਤਾਂ ਕੱਲ੍ਹ ਨੂੰ ਮੈਂ ਦੁਬਾਰਾ ਕਰਾਂ। ਹੁਣ ਵਿਰਾਟ ਕੋਹਲੀ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਕੰਸਿਸਟੈਂਸੀ ਐਂਡ ਸਕਸੈਸ ਇਜ਼ ਨਥਿੰਗ ਬਟ ਰਿਪੀਟਿੰਗ ਦ ਸੇਮ ਥਿੰਗਸ। ਆਪਾਂ ਉਹੀ ਕੰਮ ਨੂੰ ਦੁਬਾਰਾ ਕਰਨਾ ਹੈ, ਇਸੇ ਚੀਜ਼ ਨੂੰ ਕੰਸਿਸਟੈਂਸੀ ਕਹਿੰਦੇ ਨੇ। ਹੁਣ ਮੋਟੀਵੇਸ਼ਨ ਹੈ, ਮੋਟੀਵੇਸ਼ਨ ਤਾਂ ਚਾਹੇ ਕੋਈ ਟੌਪਰ ਹੋਵੇ, ਚਾਹੇ ਕੋਈ ਜਿੰਨਾ ਮਰਜ਼ੀ ਸਕਸੈਸਫੁਲ ਬੰਦਾ ਹੋਵੇ, ਆਲ ਦਾ ਟਾਈਮ ਹੀ ਇਜ਼ ਨੈਵਰ ਐਵਰ ਮੋਟੀਵੇਟਿਡ। ਕਦੀ ਉਹ ਮੋਟੀਵੇਸ਼ਨ ਉਹਦੇ ਕੋਲ ਹੁੰਦੀ ਹੈ, ਕਦੀ ਨਹੀਂ ਹੁੰਦੀ। 24 ਆਵਰਸ ਦਿਨ ਦੇ ਕੋਈ ਵੀ ਮੋਟੀਵੇਟਿਡ ਨਹੀਂ ਰਹਿੰਦਾ। ਤਾਂ ਹੁਣ ਆਪਾਂ ਆਪਣੀ ਇਹ ਡਰਾਈਵਿੰਗ ਫੋਰਸ ਨੂੰ ਸੈਂਸ ਆਫ ਅਚੀਵਮੈਂਟ ਵੱਲ ਕਿਵੇਂ ਲੈ ਕੇ ਆਉਣਾ? ਹੁਣ ਜੇ ਆਪਾਂ ਸਪੈਸੀਫਿਕਲੀ ਪੜ੍ਹਾਈ ਦੀ ਗੱਲ ਕਰੀਏ, ਚਾਹੇ ਕੋਈ ਵੀ ਹੋਵੇ, ਨਾਟ ਜਸਟ UPSC PCS, ਚਾਹੇ ਆਪਾਂ ਕਦੀ ਵੀ ਪੜ੍ਹ ਰਹੇ ਹਾਂ, ਕੁਛ ਵੀ ਕਰ ਰਹੇ ਹਾਂ, ਉਹਦੇ ਲਈ ਆਪਾਂ ਨੂੰ ਇੱਕ ਸ਼ਡਿਊਲ ਚਾਹੀਦਾ। ਇਹ ਸ਼ਡਿਊਲ ਕੀ ਹੋਊਗਾ? ਇਹ ਸ਼ਡਿਊਲ ਹੋਣਗੇ ਆਪਣੇ ਲੌਂਗ ਟਰਮ ਪਲੈਨਸ ਜਾਂ ਲੌਂਗ ਟਰਮ ਟਾਰਗੇਟਸ। ਜਿਵੇਂ ਹੁਣ ਜੇ ਆਪਾਂ PCS ਦਾ ਐਗਜ਼ਾਮ ਟਾਰਗੇਟ ਕਰ ਰਹੇ ਹਾਂ ਜਾਂ UPSC ਦਾ ਐਗਜ਼ਾਮ ਜਾਂ ਕੋਈ ਵੀ ਨੀਟ ਦਾ ਐਗਜ਼ਾਮ, ਆਪਾਂ ਕੋਈ ਵੀ ਐਗਜ਼ਾਮ ਟਾਰਗੇਟ ਕਰ ਰਹੇ ਹਾਂ, ਆਪਣੇ ਕੋਲ ਇੱਕ ਮੰਥਲੀ ਪਲਾਨ ਹੋਣਾ ਚਾਹੀਦਾ ਕਿ ਜੇ ਮੇਰਾ ਦਸੰਬਰ ਤੱਕ ਮੈਂ ਆਪਣਾ ਮੇਨਸ ਦਾ ਸਿਲੇਬਸ ਸਪੋਜ਼ ਕੰਪਲੀਟ ਕਰਨਾ ਹੈ ਤਾਂ ਮਤਲਬ ਮੇਰੇ ਕੋਲ 85 ਦਿਨ ਨੇ, ਮੇਰੇ ਕੋਲ 3 ਮਹੀਨੇ ਨੇ। ਤਾਂ ਹੁਣ ਇਹ 3 ਮਹੀਨਿਆਂ ਤੋਂ ਬਾਅਦ ਮੇਰਾ ਮੇਨਸ ਪੂਰਾ ਹੋ ਜਾਣਾ ਚਾਹੀਦਾ। ਇਹ ਮੇਰਾ ਲੌਂਗ ਟਰਮ ਟਾਰਗੇਟ ਹੋ ਗਿਆ। ਇਹਦੇ ਨਾਲ ਆਪਾਂ ਨੂੰ ਇੱਕ ਡਾਇਰੈਕਸ਼ਨ ਮਿਲ ਗਈ। ਹੁਣ ਜਿਹੜੀ ਸੈਕਿੰਡ ਸਟੈਪ ਹੈ, ਇਹ ਸਭ ਨਾਲੋਂ ਇੰਪੋਰਟੈਂਟ ਸਟੈਪ ਹੈ। ਇਹਦੇ 'ਚ ਆਪਾਂ ਪ੍ਰੈਕਟੀਕਲ ਐਂਡ ਅਚੀਵੇਬਲ ਡੇਲੀ ਟਾਰਗੇਟਸ ਆਪਣੇ ਸੈੱਟ ਕਰਨੇ ਨੇ। ਹੁਣ ਇਹਦੇ 'ਚ ਮੈਂ ਅਚੀਵੇਬਲ ਦੀ ਗੱਲ ਕਿਉਂ ਕਰ ਰਿਹਾ? ਕਿਉਂਕਿ ਟਾਰਗੇਟ ਸੈੱਟ ਕਰਨਾ ਕੋਈ ਵੱਡੀ ਗੱਲ ਨਹੀਂ, ਹਰ ਕੋਈ ਵੀ ਟਾਰਗੇਟ ਸੈੱਟ ਕਰ ਲੈਂਦਾ, ਲੇਕਿਨ ਉਹ ਟਾਰਗੇਟ ਅਚੀਵੇਬਲ ਅਤੇ ਪ੍ਰੈਕਟੀਕਲ ਵੀ ਹੋਣਾ ਚਾਹੀਦਾ। ਕਿਉਂਕਿ ਜੇ ਤੁਸੀਂ ਆਪਣਾ ਡੇਲੀ ਟਾਰਗੇਟ ਅਚੀਵ ਕਰ ਪਾਓਗੇ ਤਾਂ ਹੀ ਤੁਹਾਨੂੰ ਸੈਂਸ ਆਫ ਅਚੀਵਮੈਂਟ ਦੀ ਫੀਲਿੰਗ ਆਏਗੀ, ਉਹ ਡੋਪਾਮੀਨ ਰਿਲੀਜ਼ ਹੋਊਗਾ, ਤੁਹਾਨੂੰ ਫੀਲ ਗੁੱਡ ਫੈਕਟਰ ਆਏਗਾ ਅਤੇ ਤੁਹਾਨੂੰ ਅਰਜ ਹੋਊਗੀ ਕਿ ਮੈਂ ਦੁਬਾਰਾ ਇਹ ਚੀਜ਼ ਨੂੰ ਰਿਪੀਟ ਕਰਾਂ। ਐਂਡ ਯੂ ਵਿਲ ਕੰਟੀਨਿਊ ਵਿਦ ਯੋਰ ਟਾਰਗੇਟਸ। ਉਹ ਟਾਰਗੇਟਸ ਤੁਸੀਂ ਦੁਬਾਰਾ ਅਚੀਵ ਕਰੋਗੇ। ਸੰਡੇ ਦਾ ਕੰਮ ਕੰਪਲੀਟ ਹੋਇਆ, ਤੁਹਾਨੂੰ ਚੰਗਾ ਲੱਗੂਗਾ ਕਿ ਅੱਜ ਮੈਂ ਕੰਪਲੀਟ ਕੀਤਾ, ਤੁਸੀਂ ਮੰਡੇ ਨੂੰ ਫੇਰ ਟੇਬਲ 'ਤੇ ਜਾ ਕੇ ਬੈਠੋਗੇ ਕਿ ਮੈਂ ਕੰਮ ਕਰਨਾ ਹੈ।
ਤੁਸੀਂ ਜਿਮ ਜਾਂਦੇ ਹੋ, ਤੁਸੀਂ ਅੱਜ ਬਾਈਸੈਪ ਕਰ ਲਾਏ ਨੇ, ਤੁਹਾਨੂੰ ਵਧੀਆ ਰਿਜ਼ਲਟ ਮਿਲ ਰਿਹਾ ਹੈ, ਤੁਹਾਨੂੰ ਚੰਗਾ ਲੱਗਿਆ ਕਿ ਅੱਜ ਮੈਂ ਆਪਣੀ ਸਾਰੀ ਐਕਸਰਸਾਈਜ਼ ਕੰਪਲੀਟ ਕੀਤੀ, ਤੁਸੀਂ ਮੰਡੇ ਨੂੰ ਦੁਬਾਰਾ ਜਿਮ ਜਾਓਗੇ। ਉਹ ਸੈਂਸ ਆਫ ਅਚੀਵਮੈਂਟ ਆਉਣੀ ਬਹੁਤ ਜ਼ਰੂਰੀ ਹੈ ਅਤੇ ਉਹ ਅਚੀਵੇਬਲ ਅਤੇ ਪ੍ਰੈਕਟੀਕਲ ਡੇਲੀ ਟਾਰਗੇਟਸ ਨਾਲ ਹੀ ਆਏਗੀ। ਉਸ ਤੋਂ ਬਾਅਦ ਆਪਣਾ ਜਿਹੜਾ ਹੈ ਆਪਾਂ ਨੂੰ ਲਰਨ ਟੂ ਰੈਸਟ। ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਆਪਾਂ ਜਿਹੜੇ ਪੇਪਰਸ ਦੀ ਜਾਂ ਐਗਜ਼ਾਮਸ ਦੀ ਤਿਆਰੀ ਕਰਦੇ ਹਾਂ ਉਹ ਮੈਰਾਥਨਸ ਨੇ, ਦੇ ਆਰ ਨਾਟ ਸਪ੍ਰਿੰਟ ਰੇਸਿਸ। 100 ਮੀਟਰ ਦੀ ਰੇਸ ਨਹੀਂ ਹੈ ਕਿ ਆਪਾਂ ਪੂਰੀ ਇੰਟੈਂਸਿਟੀ ਨਾਲ ਅੱਜ ਦੌੜ ਪਏ ਅਤੇ ਬਾਅਦ 'ਚ ਦੇਖੀ ਜਾਊਗੀ। ਇਹ ਮੈਰਾਥਨ ਹੈ, ਆਪਾਂ ਬਰਨ ਆਊਟ ਨਹੀਂ ਹੋਣਾ। ਅੱਜ ਆਪਾਂ 14 ਘੰਟੇ ਬਹਿ ਕੇ ਪੜ੍ਹ ਰਹੇ ਹਾਂ, ਕੱਲ੍ਹ ਨੂੰ ਆਪਣਾ ਪੜ੍ਹਨ ਦਾ ਮਨ ਹੀ ਨਹੀਂ ਕਰ ਰਿਹਾ। ਕੋਈ ਸਟੂਡੈਂਟ ਨਹੀਂ ਹੈਗਾ ਜਿਹੜਾ ਡੇਲੀ 14 ਘੰਟੇ ਪੜ੍ਹੇ। ਇਹ ਸਭ ਮਿਥਸ ਨੇ। ਮੈਂ ਆਪਣੇ ਐਗਜ਼ਾਮਸ ਕਲੀਅਰ ਕੀਤੇ ਨੇ, ਮੈਂ ਖੁਦ 14 ਘੰਟੇ ਨਹੀਂ ਪੜ੍ਹਿਆ। ਤੁਸੀਂ ਕਿਸੇ ਟੌਪਰ ਦੀ ਵੀਡੀਓ ਸੁਣ ਲਓ, ਕਿਸੇ ਦੀ ਵੀ ਗੱਲ ਕਰ ਲਓ, ਕੋਈ ਬੱਚਾ ਰੈਗੂਲਰਲੀ ਇੰਨੇ ਸਾਲ ਇੰਨੇ ਦਿਨ 14 ਘੰਟੇ ਪੜ੍ਹ ਹੀ ਨਹੀਂ ਸਕਦਾ। ਹਿਊਮਨ ਮਸ਼ੀਨ ਥੋੜ੍ਹੀ ਆ ਆਪਾਂ ਕੋਈ। ਤਾਂ ਪ੍ਰੈਕਟੀਕਲ ਗੱਲ ਕਰੋ ਨਾ, ਤਾਂ ਆਪਾਂ ਨੂੰ ਰੈਸਟ ਦੀ ਲੋੜ ਹੈ। ਜਿੰਨਾ ਤੁਸੀਂ ਰੈਸਟ ਕਰੋਗੇ, ਹੁਣ ਜਿਮ ਜਾਂਦੇ ਹਾਂ, ਜਿਮ ਵਿੱਚ ਵੀ ਉਹ ਆਪਣਾ ਇੰਸਟਰਕਟਰ ਕਹਿੰਦਾ ਕਿ ਸੈਟਰਡੇ ਸੰਡੇ ਦੀ ਛੁੱਟੀ ਲੈ ਲਓ। ਤੁਹਾਨੂੰ ਮਸਲ ਰਿਕਵਰੀ ਨੂੰ ਟਾਈਮ ਤਾਂ ਚਾਹੀਦਾ ਹੈ ਨਾ, ਇੱਦਾਂ ਹੀ ਤੁਹਾਡੇ ਮਾਈਂਡ ਨੂੰ ਰਿਕਵਰੀ ਦਾ ਟਾਈਮ ਤਾਂ ਚਾਹੀਦਾ ਹੈ ਨਾ। ਲੇਕਿਨ ਇਹ ਜਿਹੜੇ ਰੈਸਟ ਦੀਆਂ ਬ੍ਰੇਕਸ ਨੇ, ਇਹ ਤੁਹਾਡੀਆਂ ਪਲੈਨਡ ਬ੍ਰੇਕਸ ਹੋਣੀਆਂ ਚਾਹੀਦੀਆਂ ਨੇ। ਐਵੇਂ ਨਹੀਂ ਕਿ ਅੱਜ ਮੈਂ ਪੜ੍ਹ ਲਿਆ, ਮੇਰਾ ਮਨ ਕੀਤਾ ਬ੍ਰੇਕ ਲੈ ਲਈ, ਸਵੇਰੇ ਮੇਰਾ ਮਨ ਨਹੀਂ ਕਰ ਰਿਹਾ ਵੀ ਚੱਲ ਮੇਰੀ ਬ੍ਰੇਕ ਚੱਲ ਰਹੀ ਹੈ। ਤੁਹਾਡੇ ਬ੍ਰੇਕ ਸੈਸ਼ਨਸ ਪਲੈਨਡ ਹੋਣੇ ਚਾਹੀਦੇ ਨੇ ਕਿ ਅੱਛਾ ਜੇ ਮੇਰੇ ਦਿਨ ਵਿੱਚ ਮੈਂ 3 ਸਲੋਟਸ ਡਿਵਾਈਡ ਕੀਤੇ ਹੋਏ ਨੇ ਤਾਂ ਮੇਰੇ 1 ਸਲੋਟ ਤੋਂ ਬਾਅਦ ਹੁਣ ਮੇਰਾ ਬ੍ਰੇਕ ਟਾਈਮ ਹੈ, ਕਿ ਮੇਰੇ ਟਾਰਗੇਟਸ ਅੱਜ ਦੇ ਅਚੀਵ ਹੋ ਗਏ ਨੇ, ਹੁਣ ਮੇਰੇ ਕੋਲ ਇਹ ਬ੍ਰੇਕ ਟਾਈਮ ਹੈ। ਤਾਂ ਇੱਥੇ ਤੁਹਾਨੂੰ ਲਰਨ ਟੂ ਰੈਸਟ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਮੇਰਾ ਅੱਜ ਦਾ ਟਾਰਗੇਟ ਪੂਰਾ ਹੋ ਗਿਆ ਤਾਂ ਮੈਂ ਕਿਤਾਬ ਨੂੰ ਬੰਦ ਕਰ ਦੇਣਾ। ਉਹਨੂੰ ਆਪਣੀ ਇੱਕ ਅਚੀਵਮੈਂਟ ਸਮਝੋ ਕਿ ਅੱਜ ਮੈਂ ਟਾਈਮ ਤੋਂ ਪਹਿਲਾਂ ਆਪਣਾ ਕੰਮ ਖਤਮ ਕਰ ਲਿਆ। ਜੇ ਤੁਸੀਂ ਬਿਨਾਂ ਕਿਸੇ ਗੱਲ ਤੋਂ ਆਪਣੇ ਬ੍ਰੇਕ ਵਾਲੇ ਟਾਈਮ ਵਿੱਚ ਵੀ ਪੜ੍ਹੀ ਹੀ ਜਾਓਗੇ, ਐਕਸਟੈਂਡ ਕਰੀ ਜਾਓਗੇ, ਤਾਂ ਅਗਲੇ ਦਿਨ ਤੁਹਾਡਾ ਪੜ੍ਹਨ ਦਾ ਮਨ ਹੀ ਨਹੀਂ ਕਰੂਗਾ। ਤਾਂ ਆਪਣੀ ਬ੍ਰੇਕਸ ਨੂੰ ਵੀ ਇੰਜੋਏ ਕਰਨਾ ਸਿੱਖੋ, ਇੱਕ ਬੈਲੈਂਸ ਬਣਾ ਕੇ ਚੀਜ਼ਾਂ ਨੂੰ ਕਰਨਾ ਸਿੱਖੋ। ਫਿਰ ਉਸ ਤੋਂ ਬਾਅਦ ਆਪਣੇ ਕੋਲੇ ਬਫਰ ਟਾਈਮ ਹੋਣਾ ਚਾਹੀਦਾ। ਹੁਣ ਦੇਖੋ, ਕੋਈ ਵੀ ਬੱਚਾ ਹੋਵੇ, ਚਾਹੇ ਕੋਈ ਟੌਪਰ ਹੈ, ਚਾਹੇ ਮੈਂ ਆ, ਕੋਈ ਵੀ ਬੱਚਾ ਹੈ, 100% ਆਪਣੇ ਪਲਾਨ ਨੂੰ ਕੋਈ ਬੰਦਾ ਅਚੀਵ ਨਹੀਂ ਕਰ ਸਕਦਾ। ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ 100% ਵੱਲ ਜਾਣਾ ਹੈ, ਲੇਕਿਨ 100% ਕੋਈ ਨਹੀਂ ਅਚੀਵ ਕਰ ਸਕਦਾ। ਤਾਂ ਇਸ ਕਰਕੇ ਪ੍ਰੈਕਟੀਕਲੀ ਪਹਿਲਾਂ ਹੀ ਸੋਚ ਕੇ ਚੱਲੋ ਕਿ ਸਾਨੂੰ ਬਫਰ ਟਾਈਮ ਦੀ ਲੋੜ ਪਊਗੀ, ਜਿਹਦੇ ਵਿੱਚ ਆਪਾਂ ਜਿਹੜੇ ਟਾਰਗੇਟਸ ਮਿਸ ਹੋ ਗਏ ਨੇ, ਆਪਾਂ ਉਹ ਟਾਰਗੇਟਸ ਨੂੰ ਦੁਬਾਰਾ ਅਚੀਵ ਕਰਨਾ। ਆਪਣੇ ਕੋਲ ਇੱਕ ਟਾਈਮ ਜ਼ੋਨ ਹੋਣਾ ਚਾਹੀਦਾ ਜਿਸ 'ਚ ਆਪਾਂ ਆਪਣੇ ਟਾਰਗੇਟਸ ਨੂੰ ਰੀਅਲਾਈਨ ਕਰ ਪਾਈਏ ਆਪਣੀ ਤਿਆਰੀ ਦੇ ਨਾਲ। ਨਹੀਂ ਤਾਂ ਜੇ ਸਪੋਜ਼ ਕਰੋ ਪਾਣੀ ਸਿਰ ਤੋਂ ਉੱਤੇ ਹੀ ਲੰਘ ਗਿਆ ਅਤੇ ਤੁਹਾਡੇ ਤੋਂ, ਜੇ ਤੁਸੀਂ 6 ਮਹੀਨੇ ਪਹਿਲਾਂ ਪੜ੍ਹੇ ਹੀ ਨਹੀਂ ਅਤੇ ਹੁਣ ਤੁਸੀਂ ਕਹੋ ਕਿ ਮੈਂ ਦਸੰਬਰ 'ਚ ਜਾ ਕੇ ਤਿਆਰੀ ਕਰੂੰਗਾ ਅਤੇ ਮੇਰੇ ਜਿਹੜੇ ਪੁਰਾਣੇ ਟਾਰਗੇਟਸ ਬਣੇ ਨੇ ਮੈਂ ਉਹੀ ਅਚੀਵ ਕਰਨ ਦੀ ਕੋਸ਼ਿਸ਼ ਕਰੂੰਗਾ, ਲੇਕਿਨ ਤੁਸੀਂ ਅਚੀਵ ਹੀ ਨਹੀਂ ਕਰ ਪਾਓਗੇ, ਤਾਂ ਫਿਰ ਤੁਹਾਨੂੰ ਉਹ ਫੀਲ ਗੁੱਡ ਫੈਕਟਰ ਹੀ ਨਹੀਂ ਆਉਣਾ, ਤਾਂ ਤੁਹਾਡਾ ਪੜ੍ਹਨ ਦਾ ਦੁਬਾਰਾ ਫਿਰ ਨਹੀਂ ਮਨ ਕਰੂਗਾ। ਲੇਕਿਨ ਇਹਦੇ ਵਿੱਚ ਇੱਕ ਵਰਡ ਆਫ ਕੌਸ਼ਨ ਦਾ ਧਿਆਨ ਰੱਖਣਾ ਕਿ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਆਪਣੇ ਟਾਰਗੇਟਸ ਨੂੰ ਹਰ ਦੂਜੇ ਦਿਨ ਰੀਅਲਾਈਨ ਕਰ ਰਹੇ ਹਾਂ। ਆਪਣੀ ਸਟ੍ਰੈਟਜੀ ਹੀ ਬਦਲੀ ਜਾ ਰਹੀ ਹੈ ਕਿ ਅੱਜ ਆਪਾਂ ਆਹ ਕਰ ਰਹੇ ਹਾਂ ਜੀ, ਦਸੰਬਰ ਦੇ ਵਿੱਚ ਇਹ ਕਰਨਾ ਹੈ, ਕੱਲ੍ਹ ਨੂੰ ਮੈਂ ਕਹਿ ਦਾਂ ਕਿ ਨਹੀਂ ਮੇਰੇ ਤੋਂ ਨਹੀਂ ਹੋ ਰਿਹਾ, ਮੈਂ ਤਾਂ ਜਨਵਰੀ 'ਚ ਕਰ ਲੂੰਗਾ। ਇੱਦਾਂ ਨਹੀਂ। ਕੌਸ਼ਨ ਇਹਦੇ ਵਿੱਚ ਇਹ ਹੈ ਕਿ ਰੀਅਲਾਈਨਮੈਂਟ ਦਾ ਜਿਹੜਾ ਟਾਈਮ ਹੈ, ਬਫਰ ਹੈ, ਉਹ ਤਾਂ ਰੱਖਿਆ ਗਿਆ ਜਦੋਂ ਚੀਜ਼ ਬਹੁਤ ਹੱਥੋਂ ਕੰਟਰੋਲ ਆਊਟ ਹੋ ਗਈ, ਕਿ ਜਦੋਂ ਹੁਣ ਆਪਾਂ ਨੂੰ ਇਹ ਪਤਾ ਹੈ ਕਿ ਆਪਾਂ ਚੀਜ਼ਾਂ ਨੂੰ ਹੈਂਡਲ ਕਰ ਹੀ ਨਹੀਂ ਸਕਦੇ, ਸਿਰਫ ਉਦੋਂ ਰੀਅਲਾਈਨਮੈਂਟ ਵੱਲ ਜਾਣਾ ਹੈ। ਨਹੀਂ ਕੋਸ਼ਿਸ਼ ਕਰਨਾ ਕਿ ਆਪਣੇ ਟਾਰਗੇਟਸ ਅਚੀਵ ਹੀ ਕਰਨੇ ਨੇ ਡੇਲੀ। ਹੁਣ ਇਹਦੇ ਨਾਲ ਹੋਊਗਾ ਕਿ ਜਦੋਂ ਇਹ ਸਟੈਪਸ ਆਪਾਂ ਫੋਲੋ ਕਰਾਂਗੇ, ਆਪਣੇ ਡੇਲੀ ਟਾਰਗੇਟਸ 'ਤੇ ਫੋਕਸ ਕਰਨਾ ਸ਼ੁਰੂ ਕਰਾਂਗੇ, ਤਾਂ ਆਪਣਾ ਆਊਟਕਮ ਹੈ ਨਾ, ਆਪਣਾ ਧਿਆਨ, ਆਪਣਾ ਫੋਕਸ ਹੈ, ਇਟ ਵਿਲ ਸ਼ਿਫਟ ਫਰੋਮ ਆਊਟਕਮ ਟੂ ਦਾ ਪ੍ਰੋਸੈਸ। ਆਪਾਂ ਪ੍ਰੋਸੈਸ ਓਰੀਐਂਟਡ ਹੋ ਕੇ ਆਪਣੀਆਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰਾਂਗੇ, ਆਪਾਂ ਆਊਟਕਮ ਤੋਂ ਡਿਟੈਚ ਹੋ ਜਾਵਾਂਗੇ। ਆਪਾਂ ਪੜ੍ਹਦੇ ਹਾਂ ਨਾ, ਨਿਸ਼ਕਾਮ ਕਰਮ ਕਰ ਫਲ ਦੀ ਚਿੰਤਾ ਨਾ ਕਰ, ਉਹ ਇੱਦਾਂ ਹੀ ਹੁੰਦਾ। ਜੇ ਤੁਸੀਂ ਆਊਟਕਮ ਵੱਲ ਫੋਕਸ ਕਰੀ ਜਾਓਗੇ ਨਾ, ਜਿਵੇਂ ਆਪਣੀ ਅਰਲੀ ਅਪਰੋਚ ਹੈ, ਤਾਂ ਉਹ ਰਸਤਾ, ਉਹ ਜਰਨੀ ਡਿਫੀਕਲਟ ਹੈ। ਓਨੀ ਜਰਨੀ ਆਪਾਂ ਨੂੰ ਤੈਅ ਕਰਨ ਲਈ ਫਿਰ ਆਪਾਂ ਕਹਿੰਦੇ ਹਾਂ ਕਿ ਸਾਨੂੰ ਮੋਟੀਵੇਸ਼ਨ ਚਾਹੀਦੀ ਹੈ ਕਿ ਹੁਣ ਮੈਂ ਇੰਨੀ ਵੱਡੀ ਛਲਾਂਗ ਕਿਵੇਂ ਲਾਵਾਂ, ਇੰਨੀਆਂ ਪੌੜੀਆਂ ਇਕੱਠੀਆਂ ਕਿੱਦਾਂ ਚੜ੍ਹ ਜਾਂ। ਲੇਕਿਨ ਜਦੋਂ ਤੁਸੀਂ ਪ੍ਰੋਸੈਸ 'ਤੇ ਫੋਕਸ ਕਰਦੇ ਹੋ ਤਾਂ ਤੁਸੀਂ ਇੰਨੀ ਦੂਰ ਦਾ ਦੇਖਣਾ ਹੀ ਨਹੀਂ। ਤੁਸੀਂ ਇਹ ਬਿਲੀਫ ਰੱਖਣਾ, ਇਹ ਭਰੋਸਾ ਰੱਖਣਾ ਕਿ ਜੇ ਮੈਂ ਡੇਲੀ ਇੱਕ ਸਟੈਪ ਚੜੂੰਗਾ ਤਾਂ ਇਵੈਂਚੁਅਲੀ ਆਈ ਵਿਲ ਰੀਚ ਹੇਅਰ। ਇਹ ਤਾਂ ਪਤਾ ਹੀ ਹੈ, ਤੁਸੀਂ ਜੇ ਸਟੈਪ 1 2 3 ਕਰਦੇ ਜਾਓਗੇ ਤਾਂ ਤੁਸੀਂ ਉੱਪਰ ਪਹੁੰਚ ਹੀ ਜਾਣਾ ਇਵੈਂਚੁਅਲੀ।
ਤੇ ਇਹ ਜਿਹੜਾ ਇੰਨਾ ਸਟੈਪ ਚੜ੍ਹਨਾ ਹੈ ਤੇ ਇੱਥੋਂ ਇੰਨਾ ਸਟੈਪ ਚੜ੍ਹਨਾ, ਉਹ 'ਚ ਤਾਂ ਫਰਕ ਹੈ ਹੀ ਹੈ ਨਾ। ਇੱਥੇ ਤੱਕ ਤਾਂ ਆਪਾਂ ਆਪਣੇ ਟਾਰਗੇਟ ਡੇਲੀ ਅਚੀਵ ਕਰ ਸਕਦੇ ਹਾਂ। ਆਪਾਂ ਨੂੰ ਬਹੁਤਾ ਮੋਟੀਵੇਸ਼ਨ ਦੀ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਇੰਨੀ ਚੀਜ਼ ਕਰਨ ਲਈ। ਇੰਨੀ ਕੁ ਆਪਣੀ ਵਿਲ ਪਾਵਰ ਆਪਣਾ ਹੈ ਕਿ ਆਪਾਂ ਕਰਾਂਗੇ ਉਹ ਚੀਜ਼, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਚੀਜ਼ ਕਰਨ ਤੋਂ ਬਾਅਦ ਮੈਨੂੰ ਖੁਸ਼ੀ ਮਿਲੂਗੀ, ਮੈਨੂੰ ਚੰਗਾ ਲੱਗੂਗਾ, ਤਾਂ ਤੁਸੀਂ ਇਵੈਂਚੁਅਲੀ ਅਗਲੇ ਦਿਨ ਫੇਰ ਕਰੋਗੇ। ਅਤੇ ਇਹੀ ਜਿਹੜੀ ਪ੍ਰੈਕਟਿਸ ਹੈ, ਵੈਨ ਯੂ ਡੋਂਟ ਵਾਂਟ ਟੂ ਡੂ ਸਮਥਿੰਗ ਅਤੇ ਫਿਰ ਵੀ ਤੁਸੀਂ ਉਹ ਚੀਜ਼ ਕਰਦੇ ਹੋ, ਉਹਨੂੰ ਹੀ ਡਿਸਿਪਲਿਨ ਕਹਿੰਦੇ ਨੇ। ਇਹ ਹੋਰ ਕੁਛ ਨਹੀਂ ਹੈ ਡਿਸਿਪਲਿਨ। ਆਪਾਂ ਸੁਣਦੇ ਰਹਿੰਦੇ ਹਾਂ ਯੂ ਨੀਡ ਟੂ ਬੀ ਡਿਸਿਪਲਿਨਡ, ਇਹੀ ਹੁੰਦਾ ਡਿਸਿਪਲਿਨ। ਅਤੇ ਜਦੋਂ ਆਪਾਂ ਇਹ ਸਾਰਾ ਕੁਛ ਚੀਜ਼ ਨੂੰ ਕਰ ਲੈਂਦੇ ਹਾਂ, ਅਚੀਵ ਕਰ ਲੈਂਦੇ ਹਾਂ, ਆਪਣਾ ਆਊਟਕਮ ਤੋਂ ਪ੍ਰੋਸੈਸ ਓਰੀਐਂਟਿਡ ਆਪਾਂ ਹੋ ਜਾਂਦੇ ਹਾਂ, ਆਪਣੀ ਜਰਨੀ ਹੀ ਡੈਸਟੀਨੇਸ਼ਨ ਬਣ ਜਾਂਦੀ ਹੈ। ਦ ਜਰਨੀ ਇਟਸੈਲਫ ਬਿਕਮਸ ਦ ਡੈਸਟੀਨੇਸ਼ਨ। ਫਿਰ ਆਪਾਂ ਮੋਟੀਵੇਸ਼ਨ 'ਤੇ ਰਿਲਾਈ ਨਹੀਂ ਕਰਦੇ। ਉਹੀ ਰਿਪੀਟਡ ਟਾਸਕ ਕਰਨ ਲਈ ਆਪਣੇ ਕੋਲ ਇੱਕ ਹੋਰ ਡਰਾਈਵਿੰਗ ਫੋਰਸ ਹੈ, ਜਿਹੜੀ ਹੈਗੀ ਆਪਣੀ ਸੈਂਸ ਆਫ ਅਚੀਵਮੈਂਟ। ਆਪਾਂ ਚੰਗਾ ਫੀਲ ਕਰਨ ਲਈ ਆਪਣਾ ਕੰਮ ਕਰਾਂਗੇ, ਡੇਲੀ ਆਪਣੇ ਟਾਰਗੇਟਸ ਅਚੀਵ ਕਰਾਂਗੇ, ਐਂਡ ਇਵੈਂਚੁਅਲੀ ਵੀ ਵਿਲ ਬੀ ਕੰਸਿਸਟੈਂਟ ਇਨ ਆਰ ਵਰਕ, ਨਾਟ ਓਨਲੀ ਇਨ ਸਟੱਡੀ, ਇਨ ਐਨੀਥਿੰਗ ਵੀ ਡੂ। ਹੁਣ ਆਪਣੀ ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਆਪਾਂ ਆਪਣੇ ਜਿਹੜੇ ਇਹ ਟਾਰਗੇਟਸ ਨੇ, ਡੇਲੀ ਟਾਰਗੇਟਸ, ਇਹ ਕਿਵੇਂ ਪ੍ਰੈਕਟੀਕਲੀ ਅਤੇ ਅਚੀਵੇਬਲ ਰੱਖ ਸਕਦੇ ਹਾਂ, ਤਾਂ ਕਿ ਆਪਾਂ ਨੂੰ ਇੱਕ ਸੈਂਸ ਆਫ ਅਚੀਵਮੈਂਟ ਆਉਂਦੀ ਰਹੇ। ਉਹ ਮਾਈਕਰੋ ਪਲੈਨਿੰਗ ਕਿਵੇਂ ਕਰਨੀ ਹੈ, ਆਪਾਂ ਆਪਣੀ ਨੈਕਸਟ ਵੀਡੀਓਜ਼ ਦੇ ਵਿੱਚ ਲੈ ਕੇ ਆਵਾਂਗੇ। ਆਈ ਹੋਪ ਤੁਹਾਨੂੰ ਅੱਜ ਦੇ ਸੈਸ਼ਨ ਦੇ ਵਿੱਚ ਐਟਲੀਸਟ ਕੰਸਿਸਟੈਂਸੀ, ਡਿਸਿਪਲਿਨ, ਇਹ ਚੀਜ਼ਾਂ ਕੀ ਨੇ ਅਤੇ ਕਿਵੇਂ ਆਪਣੇ ਕੋਲ ਇੱਕ ਪਲਾਨ ਹੋਵੇ ਕਿ ਆਪਾਂ ਰਹਿ ਸਕਦੇ ਹਾਂ, ਸ਼ਡਿਊਲਿੰਗ ਅਤੇ ਟਾਰਗੇਟਸ, ਇਹਦੇ ਨਾਲ ਤੁਹਾਨੂੰ ਕਲੈਰਿਟੀ ਮਿਲੀ ਹੋਊਗੀ। ਥੈਂਕ ਯੂ। ਮਿਲਦੇ ਹਾਂ ਆਪਾਂ ਆਪਣੀ ਅਗਲੀ ਵੀਡੀਓਜ਼ ਵਿੱਚ।